ਤੇ ਉਹਨਾਂ ਨੂੰ ਫਿਰ ਸਾਨੂੰ ਵੀ ਉਹ ਸੁਬਾਹ ਨੂੰ ਨਵ ਰੋਟੀ ਤੇ ਉਹ ਮੱਖਣ ਸ਼ੱਕਰ ਮਿਲਿਆ ਕਰੇ। ਉਹ ਖੈਰ ਦੂਸਰੇ ਕਿ ਤੀਸਰੇ ਦਿਨ ਅਸੀਂ ਸਿੰਗਾਪੁਰ ਆ ਕੇ ਲੱਗ ਗਿਆ ਸਾਡਾ ਪਹਿਲੀ ਜਹਾਜ਼। ਉਹ ਜਿਹੜੇ ਫਿਰ ਅਸੀਂ ਸਨ ਜਿਨ੍ਹਾਂ ਕੋਲ ਨੰਬਰ ਪਲੇਟ 'ਚ ਅਸੀਂ ਸਿੰਗਾਪੁਰ ਉਤਰ ਗਏ। ਸਿੰਗਾਪੁਰ ਇੱਕ ਉੱਥੇ ਹੈਪੀ ਬਰਥਡੇ ਉਹ ਬਿਲਡਿੰਗ ਹੈ, ਉਦੋਂ ਉਹ 17 ਮੰਜ਼ਿਲਾ ਬਿਲਡਿੰਗ ਸੀ। ਸਾਨੂੰ ਉੱਪਰ ਦੀ ਬਿਲਡਿੰਗ ਜਗ੍ਹਾ ਮਿਲੀ, ਉੱਪਰ ਹੀ ਬਿਲਡਿੰਗ ਜਗ੍ਹਾ ਮਿਲੀ। ਨੀਚੇ ਪੁਲਿਸ ਵਾਲੇ ਸੀ, ਉਹ ਪੁਲਿਸ ਸੀ ਜਿੰਨੀ ਸੀ ਸਾਰੇ ਇੰਡੀਅਨ ਸਨ, ਜਿਹਦੇ 'ਚ ਸਿੱਖ ਵੀ ਸਨ, ਹਿੰਦੁਸਤਾਨੀ ਵੀ ਸਨ, ਮੁਸਲਮਾਨ ਵੀ ਸਨ। ਇਹ ਕਿਉਂਕਿ ਸਾਰਾ ਅੰਗਰੇਜ਼ਾਂ ਦੇ ਅੰਡਰ ਹੀ ਸਨ। ਪੁਲਿਸ ਸਾਰੀ ਉਹਨਾਂ ਦੀ ਕੋਈ ਨਹੀਂ ਸੀ ਜਿਹੜੀ ਸਿੰਗਾਪੁਰੀਆਂ ਦੀ। ਅਤੇ ਅੱਛਾ ਸਾਡੇ ਕਈ ਪਿੰਡੀ ਪੁੰਡੀ ਦੇ ਮੁੰਡੇ ਸੀ, ਉਹਨਾਂ ਦੇ ਕਈ ਪਿੰਡਾਂ ਗ੍ਰਾਮਾਂ ਦੇ ਪਿੰਡਾਂ ਦੇ ਮੁੰਡੇ ਮਿਲ ਗਏ। ਅੱਛਾ ਉੱਥੇ ਅੱਛਾ ਸੁਬਾਹ ਨੂੰ ਜਾਣੀ ਐਡੀ ਵੱਡੀ ਬਿਲਡਿੰਗ ਸੀ। ਸੁਬਾਹ ਨੂੰ ਸਾਨੂੰ ਪਰੇਡ ਆਸ ਗਿਆ ਉਹ ਉੱਪਰਲੀ ਮੰਜ਼ਿਲ 'ਤੇ ਕਰਵਾ ਲੈਂਦੇ ਸੀ। ਉੱਥੇ ਪਰੇਡ ਅਸੀਂ ਉੱਪਰ ਕਰਨੀ। 17 ਦਿਨ ਅਸੀਂ ਉੱਥੇ ਰਹੇ। ਉਸ ਤੋਂ ਬਾਅਦ ਫਿਰ ਸਾਨੂੰ ਇੱਕ ਅਚਾਨਕ ਆਰਡਰ ਮਿਲਿਆ ਵੀ ਨੀਚੇ ਆਓ। ਅੱਛਾ ਉੱਥੇ ਅਸੀਂ ਪਹਿਲੀ ਦਫਾ ਲਿਫਟ ਦੇਖੀ। ਹੁਣ 17ਵੀਂ ਮੰਜ਼ਿਲ 'ਤੇ ਜਾਣਾ, ਉਹ ਲਿਫਟ ਬੜੀ ਖੁੱਲ੍ਹੀ ਲਿਫਟ ਸੀ, ਆਪਣੇ ਕਮਰੇ ਨਾਲ ਵੀ ਵੱਡੀ। ਉਹ ਅਸੀਂ ਫਿਰ ਜਿਹੜੇ ਪਰੇਡ 11 ਵਜੇ ਤੱਕ ਪਰੇਡ ਹੋਣੀ, 11 ਤੋਂ ਬਾਅਦ ਫਿਰ ਸ਼ਾਮ ਤੱਕ ਵਿਹਲੇ ਹੁੰਦੇ ਸੁਬਾਹ ਤੱਕ। ਉਹ ਫਿਰ ਮੁੰਡਿਆਂ ਨੇ ਸਾਰਿਆਂ ਨੇ 8-10 ਨੇ ਉਹ ਬਟਨ ਦਬਾਉਣਾ ਕਰਰ ਕਰਕੇ ਨੀਚੇ, ਉਹ ਚੂਲੇ ਲੈਣੇ ਸ਼ੁਰੂ ਕਰਤੇ ਲਿਫਟ। ਹਾਂ ਉਹ ਬਟਨ ਦਬਾਉਣਾ ਕਰਰ ਕਰਕੇ ਉੱਪਰ। ਉਹ ਇੱਕ ਨਵੀਂ ਚੀਜ਼ ਦੇਖੀ ਪਰ ਉਹ ਜੀ ਚੱਲਦੀ ਰਿਹਾ ਕਰੇ। ਅੱਛਾ ਮੁੰਡਿਆਂ ਨੂੰ ਲੱਗਿਆ। ਅੱਛਾ ਸ਼ਾਮ ਨੂੰ ਇਹ ਹੁੰਦਾ ਸੀ ਕਿ ਤੁਸੀਂ ਬਾਜ਼ਾਰ ਜਾਓ, ਸ਼ਾਇਦ ਕੋਈ ਛੁੱਟੀ ਆਪਾਂ 10 ਸਰਦੀਆਂ ਟੋਲੀਆਂ ਹੋ ਕੇ ਬਾਜ਼ਾਰ ਜਾਂਦੇ। ਉੱਥੇ ਮੇਰੇ ਅਜੇ ਤੱਕ ਯਾਦ ਹੈ ਹੈਪੀ ਬਿਲਡਿੰਗ, ਉਹ ਮਾਰਕੀਟਾਂ ਦੇ ਨਾਂ ਸੀ ਜਿੰਨਾ ਜਾਣਾ। ਅੱਛਾ ਅਤੇ ਉੱਥੇ ਉਹ ਜ਼ਿਆਦਾ ਉੱਥੇ ਚਾਈਨਾ ਦਾ ਬੜਾ ਜ਼ੋਰ ਸੀ। ਹੁਣ ਤਾਂ ਪਤਾ ਨਹੀਂ ਹੁਣ ਵੀ ਹੋਣਾ। ਯਾਨੀ ਸਿੰਗਾਪੁਰ ਦੇ ਵਿੱਚ ਸਾਰੇ ਜਿੱਦਾਂ ਬਾਜ਼ਾਰ ਦੇਖੋ ਸਾਰੇ ਚਾਈਨੀ ਨੇ, ਔਰਤਾਂ ਵੀ ਚਾਈਨੀ ਨੇ ਸਾਰੇ। ਉਸ ਤੋਂ ਬਾਅਦ ਇਹਨਾਂ ਨੇ ਸਾਨੂੰ ਬਿਠਾਇਆ ਜੀ, ਪਤਾ ਕਿੰਨੇ ਕਾਫੀ ਦੇਰ ਰਹੇ। ਉੱਥੋਂ ਬਿਠਾਇਆ ਇਹਨਾਂ ਨੇ ਜਹਾਜ਼ਾਂ ਦੇ ਨਾ ਟੱਕ ਆ ਗਏ, ਟੱਕਾਂ 'ਚ ਬਿਠਾਇਆ। ਟੱਕਾਂ 'ਚ ਆ ਕੇ ਕੁਆਲਾਲੰਪਰ ਲਿਆਏ। ਕੁਆਲਾਲੰਪਰ ਲਿਆਏ। ਕੁਆਲਾਲੰਪਰ ਉਹਨਾਂ ਕਿਹਾ ਜੀ ਇਹਨਾਂ ਨੂੰ ਰਬੜ ਦੀਆਂ ਬਾਗਾਂ 'ਚ ਲੈ ਜਾਓ। ਅਸੀਂ ਕਿਹਾ ਰਬੜ ਦੇ ਬਾਗ ਕਿੱਥੇ ਹੁੰਦੇ? ਰਬੜ ਦੀਆਂ ਬਾਗਾਂ 'ਚ ਲੈ ਜਾਓ। ਫਲਾਣੀ ਜਗ੍ਹਾ ਇਹਨਾਂ ਦਾ ਕੈਂਪ ਹੈ, ਇਹਨਾਂ ਨੂੰ ਉੱਥੇ ਲੈ ਜਾਓ। ਅਸੀਂ ਜਿਹੜੀ ਸਾਡੀ ਯੂਨਿਟ ਸੀ ਅਸੀਂ ਕਿਹਾ ਵੀ ਰਬੜ ਦੇ ਬਾਗ ਉੱਥੇ ਉਹ ਅਸਲ ਤੋਂ ਉਹ ਜਾਨੀ ਉੱਪਰ ਆ ਤੋਂ ਉਹ ਰਬੜ ਦੇ ਉਹਨਾਂ ਨਾਲ ਕਰਕੇ ਨਾ ਕਰੀਆਂ ਛਿੱਲ ਕੇ ਥੋੜ੍ਹੇ ਅੱਗੇ ਉਹਨਾਂ ਦੇ ਥੱਲੇ ਗੜਬੀਆਂ ਜਿਹੀਆਂ ਰੱਖੀਆਂ ਹੁੰਦੀਆਂ ਸੀ ਅਤੇ ਉੱਪਰ ਪਰਨਾਲਾ ਜਿਹਾ ਹੁੰਦਾ ਸੀ। ਉਹ ਦੁੱਧ ਨਿਕਲਣਾ ਚਿੱਟਾ ਜਿਸ ਤਰ੍ਹਾਂ ਨੇ ਆਪਣੇ ਬੋਰਡ ਦਾ ਕੋਈ ਤੂੜੀ ਹੈ ਡਾਹਣੀ ਔਰ ਤੁਮਕਾ ਉਹ ਗਿਰਦਾ ਰਹਿੰਦਾ ਸੀ। ਉਹ ਸੁਬਾਹ ਨੂੰ ਉਹਨੂੰ ਜ਼ਿਆਦਾ ਦੇਖੀਆਂ ਸੀ। ਉਹ ਲੜਕੀਆਂ ਨੇ ਰੇਹੜੀਆਂ ਲੈ ਕੇ ਆਉਣਾ, ਉਹ ਰੇਹੜੀਆਂ ਲੈ ਕੇ ਆਉਂਦੇ ਉਹਨਾਂ ਜਿਹੜੇ ਉਹ ਭਰੇ ਹੁਣ ਉਹ ਉਲੰਦੀ ਜਾਣੇ ਅੱਗੇ ਉਹ ਫਿਰ ਡੱਬਾ ਥੱਲੇ ਰੱਖ ਦੇਣਾ, ਉਹ ਲੈ ਜਾਂਦੇ ਸੀ। ਅੱਛਾ ਉਹ ਅਸੀਂ ਉੱਥੇ ਰਹੇ ਰਬੜ ਦੀਆਂ ਬਾਗਾਂ। ਅਤੇ ਫਿਰ ਉੱਥੇ ਪਰੇਡ ਹੋਈ ਕੁਆਲਾਲੰਪੁਰ ਵਿੱਚ? ਹਾਂ ਫਿਰ ਉੱਥੇ ਫਿਰ ਉਹ ਅਸੀਂ ਉੱਥੇ ਰਹੇ। ਉੱਥੇ ਰਹਿ ਕੇ ਉਹ ਫਿਰ ਸਾਨੂੰ ਸੁਬਾਹ ਨੂੰ ਮੇਰਾ ਖਿਆਲ ਹੈ ਹੁਣ ਟਾਈਮ ਤਾਂ ਮੇਰੇ ਜਾਣ ਨਹੀਂ 7 ਵਜੇ 6:30 ਵਜੇ ਉਹ ਟਰੱਕ ਆ ਜਾਂਦੇ ਸੀ। ਉਹ ਟਰੱਕਾਂ 'ਚ ਬਿਠਾਉਂਦੇ ਸੀ। ਉਹ ਟਰੱਕਾਂ 'ਚ ਬਿਠਾ ਕੇ ਕੁਆਲਾਲੰਪੁਰ ਤੋਂ ਅਸੀਂ ਮੇਰਾ ਖਿਆਲ 10-15-20 ਮੀਲ ਦੂਰ ਸੀ ਕਿਤੇ। ਅਸੀਂ ਉੱਥੇ ਟਰੱਕਾਂ 'ਚ ਬਿਠਾ ਕੇ ਫਿਰ ਸਾਨੂੰ ਉਹ ਕੁਆਲਾਲੰਪੁਰ ਦਾਰੁਲ ਖੁਲਾਫੇ 'ਚ ਲੈ ਜਾਂਦੇ ਸੀ ਜਿੱਥੇ ਉਹ ਹੁੰਦਾ ਸੀ, ਜਿੱਥੇ ਪਰੇਡ ਕਰਦੇ। ਬਹੁਤ ਸਭ ਵੱਡਾ ਗਰਾਊਂਡ ਸੀ, ਬੜੀਆਂ ਬਿਲਡਿੰਗਾਂ ਸੀ, ਹੋਰ ਵੀ ਯੂਨਿਟਾਂ ਹੁੰਦੀਆਂ ਸੀ। ਉੱਥੇ ਫਿਰ ਅਸੀਂ ਪਰੇਡ ਕਰਦੇ। ਪਰੇਡ ਕਰਕੇ ਬੜੀ ਗਰਮੀ ਹੁੰਦੀ ਸੀ, ਬੇਸਾਬ ਗਰਮੀ। ਉਹ 12-1 ਵਜੇ ਛੁੱਟੀ ਹੋਣੀ। ਉੱਥੇ ਫਿਰ ਟਰੱਕਾਂ 'ਚ ਬੈਠਣਾ, ਫਿਰ ਅਸੀਂ ਉੱਥੇ ਆ ਜਾਣਾ ਉਹ ਜਿਹੜੇ ਆਪਣੇ ਕੈਂਪ ਦੀ ਰਬੜ ਦੀਆਂ ਬਾਗਾਂ 'ਚ, ਰਬੜ ਦੀਆਂ ਦਰਖਤਾਂ 'ਚ। ਉੱਥੇ ਸਾਡੇ ਨਾਲ ਅੱਗੇ ਉਹ ਅਨਾਨਾਸ ਸੀ, ਬੜਾ ਜੰਗਲ ਸੀ ਅਨਾਨਾਸ ਦਾ। ਅਤੇ ਇੱਕ ਇਹਨਾਂ ਨੇ ਕਿਹਾ ਵੀ ਛੁੱਟੀਆਂ ਆ ਗਈਆਂ ਸਾਡੀਆਂ, ਛੁੱਟੀਆਂ ਆ ਗਈਆਂ ਤਾਂ
ਪਤਾ ਨਹੀਂ ਐਤਵਾਰ ਸੀ ਨਾ ਕਿਹੜੀ ਛੁੱਟੀ ਸੀ ਕੋਈ, ਇਹਨਾਂ ਕਿਹਾ ਵੀ ਅੱਜ ਅਨਾਨਾਸ ਖਾਣ ਚੱਲੋ ਸਾਰੇ। ਉਦੋਂ ਰਫਲਾਂ ਹੁੰਦੀਆਂ ਸੀ ਸੀ, ਉਹ ਰਫਲਾਂ ਲਈਆਂ ਗਾਂ 'ਚ ਪਾਈਆਂ, ਅਤੇ ਜੰਗਲ ਸੀ ਬੇਸਾਬ, ਉਹ ਜੰਗਲ 'ਚ ਪੱਕ ਡੰਡੀਆਂ ਬਣੀਆਂ, ਉਹ ਡੰਡੀਆਂ ਉਹ ਪੱਕ ਡੰਡੀਆਂ ਸੀ, ਉਹ ਸੀ ਇਹਨਾਂ ਦੀਆਂ ਉਹ ਜਿਹੜੇ ਜੰਗਲੀ ਜਾਨਵਰ ਜੰਗਲ 'ਚ ਫਿਰਦੇ ਸੀ, ਸ਼ੇਰ ਸ਼ੂਰ ਚੀਤੇ ਹਾਥੀ ਗੁਜ਼ਰਦੇ ਸੀ, ਉਹਨਾਂ ਦੀਆਂ ਸੀ। ਇਹਨਾਂ ਨੇ ਕੀ ਕੀਤਾ, ਉਹ ਜਿਹੜੇ ਲੋਕ ਫੜਦੇ ਸੀ ਨਾ ਬੱਚੇ, ਇਹ ਫਿਰ ਲੋਕ ਉਹ ਕਰਦੇ ਸੀ ਨਾ ਥੱਲੇ ਖੂਹ ਕੱਢ ਕੇ ਨਾ, ਖੂਹ ਜਿਹਾ ਕੱਢ ਕੇ ਇੰਝ ਬਣਾ ਦਿੰਦੇ ਸੀ ਉਹਨਾਂ ਨੇ, ਉੱਪਰ ਥੋੜ੍ਹਾ ਥੋੜ੍ਹਾ ਨਾ ਛੱਤ ਮਾੜੀ ਜਿਹੀ ਪਾ ਕੇ, ਥੋੜ੍ਹਾ ਘਾਹ ਪਾ ਕੇ ਉੱਪਰ ਮਿੱਟੀ ਪਾ ਦਿੰਦੇ, ਤਾਂ ਕਿ ਜਿਹੜੇ ਜਾਨਵਰ ਇਸ ਰਸਤੇ 'ਚ ਆਉਣ ਨਾ ਉਹ ਵਿੱਚ ਗਿਰ ਜਾਣ। ਉਹ ਤਾਂ ਫਿਰ ਉਹਨਾਂ ਦਾ ਕੋਈ ਅੰਦਾਜ਼ਾ ਸੀ, ਹਫ਼ਤਾ ਡੇਢ ਹਫ਼ਤਾ ਜਾਂ ਰੱਖੋ ਉਹਨੂੰ ਭੁੱਖਿਆ ਕਮਜ਼ੋਰ ਕਰਕੇ, ਫਿਰ ਉਹਨਾਂ ਨੂੰ ਬਾਹਰ ਖਿੱਚ ਦਿੰਦੇ ਸੀ। ਅਸੀਂ ਸਾਰੇ ਚਲੇ ਗਏ, ਨਿਕਲ ਗਏ। ਉਹ ਸਾਡੇ ਪਿੱਛੇ ਸੀ ਇੱਕ ਸਾਡਾ ਹਵਲਦਾਰ ਸੀ, ਉਹ ਸੀ ਇੱਥੇ ਦਾ ਪਿੰਡੀ ਸ਼ਹਿਰ ਦਾ ਸੀ, ਉਹ ਸੀ ਸਿੱਖ। ਅੱਛਾ, ਉਹਦਾ ਨਾਂ ਸੀ ਸਲੂਤੀ ਸਿੰਘ, ਮੇਰੇ ਨਾਂ ਯਾਦ ਆ। ਉਹ ਕਿਤੇ ਪਿੱਛੇ ਸੀ, ਉਹ ਬਾਕੀ ਸਾਰੇ ਅਸੀਂ ਚਲੇ ਗਏ, ਉਹ ਕਿਤੇ ਵਿੱਚ ਜਾ ਗਿਆ। ਉਹ ਜਾ ਡਿੱਗਿਆ, ਅੱਗੇ ਦੇਖੋ ਨਾ ਮਾਰ ਦੀ ਉਹਨਾਂ ਨਾਲ ਦੇ ਉਹ ਜੰਗਲ, ਉੱਥੇ ਜਿਹੜੇ ਪੱਕੇ ਸੀ ਉਹ ਸਾਡੇ ਕੋਲ ਸੂਟ ਤੋਂ ਸੀ, ਉਹਨਾਂ ਨਾਲ ਕੱਟ ਅਨਾਨਾਸ ਅਸੀਂ ਖਾਂਦੇ ਖੂੰਦੇ ਰਹੇ। ਉਹਨਾਂ ਉੱਥੇ ਮੈਂ ਖਾ ਕੇ ਉਹਨਾਂ ਕਿਹਾ ਓਏ ਹਵਲਦਾਰ ਕਿੱਥੇ ਸਾਡਾ? ਉਹ ਜਿਹੜਾ ਵੀ ਕਹੇ ਮੈਂ ਤਾਂ ਦੇਖਿਆ ਨਹੀਂ, ਪਤਾ ਨਹੀਂ ਜਦ ਦੇਖਿਆ। ਉਹ ਜੀ ਸਾਰਿਆਂ ਨੂੰ ਫਿਰ ਉਹ ਭੁੱਲ ਗਿਆ ਇਹਨਾਂ ਨਾਲ। ਉਹ ਫਿਰ ਪਿੱਛੇ ਮੁੜੇ ਉਸੇ ਰਸਤੇ ਅੱਗੇ, ਫਿਰ ਹੈ ਦੀ ਆਵਾਜ਼ ਆਈ, ਉਹ ਇੱਕਾ ਵਾਰੇ ਅੱਗੇ ਦੇਖਿਆ ਤਾਂ ਉਹ ਥੱਲੇ ਡਿੱਗਿਆ ਹੋਇਆ। ਫਿਰ ਇਹਨਾਂ ਨੇ ਉਹ ਸਿੱਖਾਂ ਦੀਆਂ ਪੱਗਾਂ ਹੁੰਦੀਆਂ ਨਾ, ਪੱਗਾਂ ਲਾ ਕੇ ਉਹ ਬੰਨ੍ਹ ਕੇ ਉਹਨੂੰ ਥੱਲੇ ਲਮਕਾਇਆ, ਉਹਨੇ ਉਹ ਲੱਕ ਦਾ ਪੱਗਾਂ ਉਹ ਫਿਰ ਉਹਨਾਂ ਨੇ ਉੱਪਰ ਖਿੱਚਿਆ ਉਹਨੂੰ ਫਿਰ ਲਿਜਾ ਕੇ ਦੂਸਰੇ ਦਿਨ ਉਹਨੂੰ ਕਹਿੰਦੇ ਸੀ, ਦੂਸਰੇ ਦਿਨ ਹਵਾਈ ਜਹਾਜ਼ ਜਿਹਦੀ ਫਿਰ ਇੰਡੀਆ ਕਲਕੱਤੇ ਭੇਜ ਦਿੱਤਾ। ਅਤੇ ਅਸੀਂ ਤਾਂ ਫਿਰ ਬਾਅਦ 'ਚ ਪਰੇਡ ਕਰਦੇ ਰਹੇ। ਪਰੇਡ ਤੋਂ ਬਾਅਦ ਖਤਮ ਹੋਈ ਤਾਂ ਉਹ ਜਿਹੜਾ ਮਲੇਸ਼ੀਆ ਦਾ ਬਾਦਸ਼ਾਹ ਸੀ, ਉਹਨੇ ਸਲਾਮੀ ਲੈ ਕੇ ਤੇ ਫਿਰ ਬੜਾ ਖਾਣਾ ਦਿੱਤਾ, ਬੜਾ ਖਾਣਾ ਜਾਣੀ ਸਾਰਿਆਂ ਨੂੰ, ਦਾ ਪਲਾਓ ਮੁਸਲਮਾਨਾਂ ਦਾ ਅਲੱਗ, ਹਿੰਦੂ ਸਿੱਖਾਂ ਦਾ ਅਲੱਗ। ਤਾਂ ਫਿਰ ਉੱਥੋਂ ਚਲੇ ਗਏ। ਉੱਥੇ ਅਸੀਂ ਫਿਰ ਮੇਰੇ ਕੋਲ 18-19 ਦਿਨ ਫਿਰ ਬਾਅਦ 'ਚ ਉਹ ਰਹੇ, ਕਿਉਂਕਿ ਉਹਨੂੰ ਟੱਕ ਸ਼ੱਕ ਨਹੀਂ ਮਿਲਦੇ ਹੁੰਦੇ, ਗੱਡੀਆਂ ਵੀ ਨਹੀਂ ਸੀ ਮਿਲਦੀਆਂ ਹੁੰਦੀਆਂ। ਫਿਰ ਅਸੀਂ ਉੱਥੇ ਰਹੇ। ਉੱਥੇ ਫਿਰ ਅਸੀਂ ਆ ਗਏ, ਇਹਨਾਂ ਨੇ ਕਿਹਾ ਜੀ ਵਾਪਸ ਇੰਡੀਆ ਜਾਣਾ। ਅਸੀਂ ਫਿਰ ਇੱਥੇ ਸਿੰਗਾਪੁਰ ਆ ਗਏ। ਸਿੰਗਾਪੁਰ ਕੋਈ ਕੰਮ ਨਾ, ਸਿੰਗਾਪੁਰ ਮੇਰਾ ਖਿਆਲ ਅਸੀਂ 3 ਮਹੀਨੇ ਰਹੇ। ਉਹ ਬਹਿਰੀ ਜਹਾਜ਼ ਹੀ ਕੋਈ ਨਾ ਆਵੇ, ਉਹ ਰੋਜ਼ ਸਾਨੂੰ ਕਈ ਦਫਾ ਲੈ ਜਾਣ, ਸਾਡੇ ਬਿਸਤਰੇ ਬੰਨ੍ਹਣੇ। ਜਿਸ ਤਰ੍ਹਾਂ ਫੌਜੀਆਂ ਦਾ ਹੁੰਦਾ, ਉਹ ਬੰਦਰਗਾਹ 'ਤੇ ਚਲੇ ਜਾਣਾ, ਉਹ ਬੰਦਰਗਾਹ 'ਤੇ ਬੈਠੇ ਰਹਿਣਾ, ਜਹਾਜ਼ ਬਸ ਆ ਰਿਹਾ। ਉਹ ਸ਼ਾਮ ਨੂੰ ਕੋਈ ਨਾ, ਫਿਰ ਸ਼ਾਮ ਨੂੰ ਫਿਰ ਟਾਕਾ 'ਚ ਬਹਿ ਕੇ ਫਿਰ ਅਸੀਂ ਵਾਪਸ ਆ ਜਾਣਾ ਕੈਂਪ 'ਚ। ਉਹ ਮੇਰਾ ਗੱਲ ਕਹਿੰਦੇ 17-18 ਦਿਨ ਅਸੀਂ ਉੱਥੇ ਸਿੰਗਾਪੁਰ ਹੀ ਰਹੇ ਨਾ, 17-18 ਦਿਨ ਕਿ ਮੇਰੇ ਕਿੰਨੇ ਮਹੀਨੇ, 3 ਮਹੀਨੇ ਕਰ 4 ਮਹੀਨੇ ਰਹੇ। ਅੱਛਾ, ਇਸ ਅਰਸੇ 'ਚ ਅੰਗਰੇਜ਼ ਆਰਮੀ 'ਚੋਂ ਸੁਭਾਸ਼ ਚੰਦਰ ਬੋਸ ਦੀ ਜਿਹੜੀ ਹੈ ਉਹ ਵੀ ਬੜੀ ਤਹਿਰੀਕ ਚੱਲੀ ਸੀ, ਸੁਣਿਆ। ਹਾਂ, ਹਿੰਦੁਸਤਾਨ ਫੌਜੀ ਜਿਹੜੇ ਬਹੁਤ ਜ਼ਿਆਦਾ। ਅੱਛਾ, ਉਹਦੇ ਦੋਨਾਂ ਫਿਰ ਸੁਭਾਸ਼ ਚੰਦਰ ਵਾਸਤੇ ਅਤੇ ਸ਼ਾਹਨਵਾਜ਼ ਭੁੱਟੋ ਸੀ ਨਾ, ਸ਼ਾਹਨਵਾਜ਼ ਆਪਣਾ ਇੱਥੇ ਦਾ ਸੀ, ਸਰਗੋਧੇ ਦਾ ਨਹੀਂ, ਸਰਗੋਧੇ ਦਾ ਨਹੀਂ ਸੀ, ਚੌਥੇ ਸ਼ਾਹ ਦਾ। ਅੱਛਾ, ਸ਼ਾਹਨਵਾਜ਼ ਇਹ ਉਦੋਂ ਕੈਪਟਨ ਸੀ, ਅਤੇ ਉਹ ਸੁਭਾਸ਼ ਚੰਦਰ ਬੋਸ ਸੀ, ਉਹ ਹਿੰਦੂ ਸੀ, ਇਹ ਕੈਪਟਨ। ਇਹਨਾਂ ਤਰੀਕ ਚਲਾਈ ਸੀ। ਇਹ ਫਿਰ ਜੂਨਟਾਂ ਜਿਹੜੀਆਂ ਸਾਡੀਆਂ ਅੰਗਰੇਜ਼ਾਂ ਦੀਆਂ ਸੀ ਨਾ, ਜਾਣੀ ਇੰਡੀਅਨ ਜੂਨਟਾਂ, ਇਹ ਜਾ ਕੇ ਇਹਨਾਂ ਨੂੰ ਮਿਲ ਗਈਆਂ। ਉਹ ਫਿਰ ਬ੍ਰਿਗੇਡਾਂ, ਇਹ ਫਿਰ ਇੰਡੀਅਨ ਦੇ ਮੁਕਾਬਲੇ 'ਚ ਲੜਨ ਲੱਗ ਗਿਆ ਕਿ ਉਹ ਸਾਹਮਣੇ। ਉਹ ਫਿਰ ਇਹਦੇ 'ਚ ਇੰਡੀਆ ਨੇ ਬੜੀ ਮਾਰ ਖਾਧੀ। ਉਹ ਕਿਉਂਕਿ ਉਹ ਹੁੰਦੇ ਸੀ ਤਾਂ ਸੀ ਨੇ, ਉਹ ਵੀ ਇੰਡੀਅਨ, ਸਾਹਮਣੇ ਵੀ ਇੰਡੀਅਨ। ਉਹ ਫਿਰ ਵਿੱਚ ਆ ਵੜਦੇ ਸੀ ਸਾਰੇ ਜਿਹੜੇ ਇੰਡੀਅਨ। ਉਹ ਸਮਝਦੇ ਸੀ ਵੀ ਇਹ ਸਾਡੇ ਹਿੰਦੁਸਤਾਨੀ, ਇੱਕ ਦੂਸਰੇ ਨੂੰ ਜਾਣਦੇ ਸੀ। ਉਹ ਫਿਰ ਇੱਥੋਂ ਫਿਰ ਇਹਨਾਂ ਅੰਗਰੇਜ਼ਾਂ ਨੇ ਮਾਰ ਖਾਧੀ। ਇਹਨਾਂ ਕਿਹਾ ਸਾਨੂੰ ਆਜ਼ਾਦੀ ਦਿਓ। ਫਿਰ ਉੱਥੇ ਹੀ ਇਹਨਾਂ ਨੇ ਸਿੰਗਾਪੁਰ, ਇਹਨਾਂ ਨੇ ਅੰਗਰੇਜ਼ਾਂ ਨੇ ਕਿਹਾ ਵੀ ਠੀਕ ਹੈ,
ਅਸੀਂ ਤੁਹਾਨੂੰ ਆਜ਼ਾਦ ਕਰ ਦਿਆਂਗੇ, ਤੁਸੀਂ ਨਾ ਮਾਰੋ ਨਾ। ਉਹ ਫਿਰ ਇੱਧਰੋਂ ਵੀ ਇੰਡੀਅਨ ਮਿਲ ਜਾਂਦੇ ਸੀ, ਉਹ ਜਿਹੜੇ ਸੁਭਾਸ਼ ਚੰਦਰ ਬੋਸ ਪਾਰਟੀ ਸੀ, ਸ਼ਾਹਨਵਾਜ਼ ਸੀ, ਸ਼ਾਹਨਵਾਜ਼ ਇਹਨਾਂ ਨੇ ਫਿਰ ਲਾ ਕੇ ਇਹ ਤਾਂ ਪੁੱਟਵਾ ਨੇ, ਉਹ ਰਾਜਾ ਸ਼ਾਹਨਵਾਜ਼ ਸੀ, ਰਾਜਾ ਸ਼ਾਹਨਵਾਜ਼ ਇੱਥੇ ਦਾ ਸੀ ਆਪਣੇ ਚੌਂਤਰੇ ਦੇ। ਅਤੇ ਇਹ ਫਿਰ ਇਹਨਾਂ ਨੇ ਉਹ ਫਿਰ ਅੰਗਰੇਜ਼ਾਂ ਦੇ ਯੂਨਿਟਾਂ 'ਤੇ ਹਮਲੇ ਕਰਨ ਲੱਗ ਗਏ ਸੀ। ਫਿਰ ਇਹਨਾਂ ਨੇ ਕਿਹਾ, ਉਹ ਬਾਹਰ ਦੇਖਿਆ ਨਾ ਵੀ ਆਜ਼ਾਦ ਆ, ਅਸੀਂ ਤਾਂ ਗੁਲਾਮ ਹੈ ਉਹ ਲੋਕਾਂ ਨੇ। ਇਹ ਫਿਰ ਅੰਗਰੇਜ਼ਾਂ ਨੇ ਉੱਥੇ ਕਿਹਾ ਸੀ ਵੀ ਅਸੀਂ ਤੁਹਾਨੂੰ ਆਜ਼ਾਦ ਕਰ ਦਿਆਂਗੇ, ਤੁਸੀਂ ਲੇਕਿਨ ਸਾਡੀਆਂ ਯੂਨਿਟਾਂ 'ਤੇ ਹਮਲੇ ਨਾ ਕਰੋ। ਫਿਰ ਇਹਨਾਂ ਨੇ ਆ ਕੇ ਫਿਰ ਸਾਡੀਆਂ ਯੂਨਿਟਾਂ, ਫਿਰ ਅਸੀਂ ਆ ਗਏ ਕਲਕੱਤੇ। ਸਾਡਾ ਬਹਿਰੀ ਜਹਾਜ਼ ਲੱਗਿਆ ਰਾਤ ਨੂੰ 12-1 ਦਾ ਟਾਈਮ ਸੀ। ਅੱਗੇ ਫਿਰ ਇਹਨਾਂ ਜਿਹੜੇ ਖੜ੍ਹੇ ਸੀ ਉਦੋਂ ਸਾਨੂੰ ਨਿਕਲਣ ਨਹੀਂ ਦਿੱਤਾ। ਉਹ ਜੋ ਉੱਥੋਂ ਬਹਿਰੀ ਜਹਾਜ਼ ਤੋਂ ਟਰੱਕਾਂ 'ਚ ਬਿਠਾਉਂਦੇ ਗਏ ਅੱਗੇ ਇਹਨਾਂ ਨੇ ਬੜੇ ਬਾਗ ਨੇ ਕਲਕੱਤੇ, 150 ਬਾਗ ਅੰਬਾਂ ਦੇ, ਉੱਥੇ ਅਸੀਂ ਪਹੁੰਚ ਗਏ। ਉੱਥੇ ਫਿਰ ਹਰ ਤੰਬੂ ਦੇ ਵਿੱਚ 10-10 ਬੰਦੇ ਇਹਨਾਂ ਨੇ ਡਿਟੇਲ ਕੀਤੇ। ਅੱਛਾ, ਅੰਬ ਉਦੋਂ ਪੱਕੇ ਹੋਏ ਸੀ, ਮੇਰੇ ਅਸੀਂ ਤਾਂ ਜ਼ਿਆਦਾ ਸੀ ਬਿਸਤਰੇ ਚੱਕਦੇ ਮੇਰੇ ਅੰਬ ਪੱਕਿਆ ਡਿੱਗਿਆ ਨਾ, ਇੱਕ ਨੇ ਲੱਗਿਆ ਸਿਰ 'ਚ, ਉਹ ਸਿਰ 'ਚ ਲੱਗਿਆ, ਉਹ ਪੱਕਿਆ ਸੀ, ਉਹ ਸਿਰ 'ਚ ਲੱਗਿਆ ਤਾਂ ਉਹਨੇ ਹੱਥ ਮਾਰਿਆ ਤਾਂ ਉਹ ਸਾਡੇ ਡਿੱਗਿਆ। ਉਹ ਜਿਹੜਾ ਰਸ ਸੀ ਉਹ ਕਹਿੰਦੇ ਹੱਥ ਨੂੰ ਲੱਗਿਆ, ਉਹਨੇ ਚੀਕਿਆ ਤੇ ਚੋਰ ਪਾਰਦਾ ਉਹ ਇੱਟਾਂ ਮਾਰਦਾ। ਅੱਛਾ, ਉਹ ਰਾਤ ਦਾ ਟਾਈਮ ਸੀ? ਰਾਤ ਸੀ, ਉਹ ਹਨੇਰਾ ਸੀ, ਢੇਰ ਸੀ ਨਾ। ਨਾਲੇ ਉਦੋਂ ਸੀ ਅੰਗਰੇਜ਼ਾਂ ਮੈਂ ਲਾਈਟ ਨਹੀਂ ਸੀ ਜਾਣਨ ਦਿੰਦੇ, ਜੋ ਚਲੇ ਗਏ ਤੰਬੂਆਂ 'ਚ ਬਣ ਗਏ। ਸੁਬਾਹ ਜੋ ਦਿਨ ਚੜ੍ਹਿਆ, ਉਹ ਜਦੋਂ ਦੇਖੋ ਥੱਲੇ ਉਹਦਾ ਸਿਵਿਲਾਂ ਤਾਂ ਕੋਈ ਜਾ ਨਹੀਂ ਸਕਦਾ ਨਾ, ਬਾਬਾ ਅੰਬਾਂ ਦੇ ਢੇਰ ਲੱਗੇ ਹੋਏ। ਸਾਡੇ ਸਿਪਾਹੀਆਂ ਦੀ ਈਦ ਬਣ ਗਈ। ਅਸੀਂ ਜਿਉਂ ਜੀ ਪੂਰਾ ਦਿਨ ਦੀ ਅੰਬ ਹੀ ਖਾਂਦੇ ਰਹਿਣਾ। ਲੰਗਰ ਸੀ, ਰੋਟੀ ਨਾਲ ਲੰਗਰ ਚੱਲਦੇ ਸੀ। ਨਹੀਂ ਇਕੱਲੇ ਅੰਬ ਖਾਂਦੇ ਰਹੇ, ਕੱਚੀ ਲੱਸੀ ਵੀ ਪੀਤੀ ਬਾਅਦ ਵਿੱਚ? ਨਹੀਂ, ਉੱਥੋਂ ਲੱਸੀਆਂ ਕਿੱਥੇ ਆਈਆਂ, ਲੱਸੀਆਂ ਤਾਂ ਲੱਸੀਆਂ ਉਹਦੇ ਜਿਹੜੇ ਹਮਾਰਾ ਨਾ ਉੱਥੇ ਬੜੇ ਜੀ ਅੰਬ ਖਾਂਦੇ। ਅੰਬ ਖਾ ਕੇ ਉਹ ਫਿਰ ਸਾਡੇ ਜਿਹੜੇ ਅੰਬ ਸੀ ਖਤਮ ਹੋ ਗਏ। ਉਹ ਫਿਰ ਕੀ ਕਰਨਾ, ਅਸੀਂ ਬਿਸਤਰ ਦੀਆਂ ਰੱਸੀਆਂ ਨਹੀਂ ਹੁੰਦੀਆਂ ਸੀ, ਉਹਦੇ ਨਾਲ ਇੱਟ ਬੰਨਣੀ ਦਾ ਉੱਪਰ ਸਿੱਟਣੀ, ਉਹ ਡਾਣੇ ਨੂੰ ਉਹ ਥੱਲੇ ਸਿੱਟੇ, ਉਹ 2-3 ਸਿਪਾਹੀਆਂ ਨੇ ਖਿੱਚ ਕੇ ਇਹ ਪਕਾਰਨੀ ਨੇ ਉਹ ਡਾਣਾ ਟੁੱਟਿਆ ਥੱਲੇ ਮੁੜਿਆ, ਉਹ ਡਾਣੇ ਤੋੜ ਦਿੰਦੇ ਜਾਣੇ ਅੰਬਾਂ ਦੇ ਵਾਲੇ। ਅੱਛਾ, ਅੰਬ ਖਤਮ ਹੋ ਗਏ ਜੀ, ਅੰਬ ਖਤਮ ਹੋ ਗਏ। ਫਿਰ ਉੱਥੇ ਜਿਹੜੇ ਰੋਡਾਂ ਸੀ ਨਾ ਬੜੀਆਂ ਹੋਈਆਂ ਬਾਗਾਂ, ਉਹਦੇ ਨਾਲ ਸੀ ਜਾਮੂ। ਅੱਛਾ, ਜਾਮੂ ਦੇ ਜੰਗਲ ਲੱਗੇ ਹੋਏ ਸੀ। ਫਿਰ ਜੀ ਸਿਪਾਹੀ ਜਾਮੂਆਂ ਦੇ ਪਿੱਛੇ ਹੋ ਗਏ, ਫਿਰ ਜਾਮੂਆਂ ਨੇ ਚੜ੍ਹਨਾ। ਅੱਛਾ, ਤਲਾਅ ਬੜੇ ਸੀ ਉਹਨਾਂ ਦੇ, ਹਰ ਬਾਗ ਦੇ ਵਿੱਚ ਕਈ ਤਲਾਅ। ਇਹ ਹਿੰਦੂਆਂ ਨੂੰ ਪੂਜਾ ਪਾਠ ਕਰਦੇ ਨਾ, ਉਹ ਤਲਾਵਾਂ ਦੇ ਚਾਰੋਂ ਤਰਫ ਨਾਰੀਅਲ ਦੇ ਬੂਟੇ ਸੀ, ਬੜਾ ਨਾਰੀਅਲ ਲੱਗਿਆ ਹੋਇਆ ਉੱਪਰ। ਉਹ ਹੁਣ ਉੱਪਰ ਚੜ੍ਹਿਆ ਤਾਂ ਜਾਂਦਾ ਨਹੀਂ ਸੀ ਕਿਸੇ ਸਿਪਾਹੀਆਂ ਤੋਂ। ਉਹ ਫਿਰ ਅਸੀਂ ਨਾ ਲੰਗਰ ਤੋਂ ਕੁਹਾੜਾ ਲੈਣਾ, ਦਰਖਤ ਹੀ ਕੱਟਦੇ, ਲੰਗਰ ਤੋਂ ਕੁਹਾੜਾ ਲੈਣਾ ਨਾ ਕੱਟਣਾ, ਉਹ ਥੱਲੇ ਡਿੱਗਣੇ, ਬਸ ਉਹ ਨਾਰੀਅਲ ਤੋੜ ਕੇ ਤੇ ਉਹ ਜੀ ਜਿੰਨੇ ਸੀ ਉਹ ਤਬਾਹੀ ਮਚਾ ਦਿੰਦੇ। ਉਦੋਂ ਡਰਦਾ ਕੋਈ ਹੈ ਨਹੀਂ ਸੀ, ਅਤੇ ਸਿਪਾਹੀ ਨੂੰ ਕੋਈ ਕਹਿੰਦਾ ਨਹੀਂ ਸੀ, ਆਰਮੀ ਦਿਆਂ ਨੂੰ ਕੁਛ ਨਹੀਂ ਸੀ ਕਹਿੰਦਾ ਕੋਈ। ਨਾਰੀਅਲ ਦਾ ਕੋਈ ਦਰਖਤ ਨਹੀਂ ਛੱਡਿਆ ਉੱਥੇ। ਉਹ ਫਿਰ ਵਾਪਸ ਆ ਗਏ। ਫਿਰ ਉਹਨੂੰ ਵਾਸਤੇ ਕਾਫੀ ਕਈ ਮਹੀਨੇ ਰਹੇ ਅਸੀਂ ਕਲਕੱਤੇ, ਕਈ ਮਹੀਨੇ। ਉੱਥੋਂ ਫਿਰ ਹਿੰਦੂ ਮੁਸਲਮਾਨ ਫਸਾਦ ਸ਼ੁਰੂ ਹੋ ਗਿਆ।